हाँ जी प्यारे विद्यार्थियों, ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ। ਸੋ ਜੇ ਤੁਸੀਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਕੱਢੀਆਂ ਗਈਆਂ ਬਲਾਕ ਐਕਸਟੈਂਸ਼ਨ ਐਜੂਕੇਟਰ ਅਤੇ MPHW ਆਦਿ ਪੋਸਟਾਂ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਸੋ ਇਸ ਵੀਡੀਓ ਵਿੱਚ ਮਾਂ ਬੋਲੀ ਪੰਜਾਬੀ ਵਿੱਚ ਬਹੁਤ ਹੀ ਵਧੀਆ ਵਿਆਖਿਆ ਦੇ ਨਾਲ ਕੁਐਸਚਨ ਸਮਝਾਏ ਗਏ ਹਨ ਤੇ ਕੰਪਲੀਟ ਸਟੱਡੀ ਮਟੀਰੀਅਲ ਤੁਸੀਂ ਲੈਣ ਦੇ ਲਈ ਸੰਪਰਕ ਕਰ ਸਕਦੇ ਹੋ 9876371788 ਦੇ ਉੱਪਰ। ਸੋ ਇਹ ਮਟੀਰੀਅਲ ਤੁਹਾਨੂੰ OCDC ਐਜੂ ਪੁਆਇੰਟ ਐਪ ਦੇ ਉੱਪਰ ਉਪਲਬਧ ਹੋਵੇਗਾ, ਜੋ ਕਿ ਬਹੁਤ ਹੀ ਵਾਜਿਬ ਫੀਸ ਦੇ ਵਿੱਚ ਤੁਸੀਂ ਲੈ ਸਕਦੇ ਹੋ, ਇੰਗਲਿਸ਼ ਅਤੇ ਪੰਜਾਬੀ ਦੋਨੇ ਲੈਂਗੁਏਜ ਦੇ ਵਿੱਚ। ਤਾਂ ਇਸ ਵੀਡੀਓ ਦਾ ਆਪਾਂ ਸ਼ੁਰੂ ਕਰਦੇ ਹਾਂ ਕੁਐਸਚਨ ਨੰਬਰ 1। ਤਾਂ ਪਹਿਲਾ ਕੁਐਸਚਨ ਤੁਹਾਡਾ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਬੈਕਟੀਰੀਅਲ ਸੈਕਸ਼ੁਅਲੀ ਟਰਾਂਸਮਿਟਡ ਇਨਫੈਕਸ਼ਨ। ਨਿਮਨਲਿਖਤ ਵਿੱਚੋਂ ਕਿਹੜੀ ਅਜਿਹੀ ਸੰਕਰਮਣ ਬਿਮਾਰੀ ਹੈ ਜੋ ਬੈਕਟੀਰੀਆ ਦੁਆਰਾ ਫੈਲਦੀ ਹੈ ਅਤੇ ਇਹ ਜਿਨਸੀ ਸੰਬੰਧ ਨਾਲ ਸੰਬੰਧ ਰੱਖਦੀ ਹੈ, ਯਾਨੀ ਕਿ ਸੈਕਸ ਰਿਲੇਟਡ ਬਿਮਾਰੀ ਹੈ। ਤਾਂ ਆਪਸ਼ਨ ਤੁਹਾਡੇ ਕੋਲ ਨੇ ਹਰਪਸ, ਗੋਨੋਰੀਆ, ਹਿਊਮਨ ਪੈਪੀਲੋਮਾ ਵਾਇਰਸ ਤੇ HIV। ਤਾਂ ਤੁਹਾਡਾ ਇਹਦਾ ਉੱਤਰ ਆਏਗਾ ਆਪਸ਼ਨ ਬੀ, ਗੋਨੋਰੀਆ। ਗੋਨੋਰੀਆ ਦੇ ਵਿੱਚ ਕੀ ਹੁੰਦਾ, ਵਾਈਟ ਡਿਸਚਾਰਜ ਸੈਕਸ਼ੁਅਲ ਪਾਰਟਸ ਤੋਂ ਨਿਕਲਦਾ ਹੈਗਾ, ਤਾਂ ਉਸ ਨੂੰ ਗੋਨੋਰੀਆ ਕਿਹਾ ਜਾਂਦਾ। ਜਿਸ ਦੇ ਵੀ ਪਿੱਛੇ ਰੀਆ ਸ਼ਬਦ ਆਵੇ ਉਸ ਦਾ ਅਰਥ ਹੁੰਦਾ ਹੈ ਫਲੋ ਆਫ ਸਮਥਿੰਗ। ਜਿਸ ਤਰ੍ਹਾਂ ਤੁਸੀਂ ਸੁਣਿਆ ਹੋਵੇਗਾ ਡਾਇਰੀਆ, ਹੈ ਨਾ, ਇਸੇ ਤਰ੍ਹਾਂ ਹੁੰਦਾ ਗਾ ਗੋਨੋਰੀਆ, ਮਤਲਬ ਇਸੇ ਤਰ੍ਹਾਂ ਪਾਇਓਰੀਆ, ਮਤਲਬ ਜਿਹਦੇ ਪਿੱਛੇ ਰੀਆ ਆ ਰਿਹਾ, ਮਤਲਬ ਫਲੋ ਆਫ ਸਮਥਿੰਗ। ਤਾਂ ਗੋਨੋਰੀਆ ਦੇ ਵਿੱਚ ਵਾਈਟ ਡਿਸਚਾਰਜ ਜਿਹੜਾ ਉਹ ਹੁੰਦਾ ਰਹਿੰਦਾ ਗਾ ਸੈਕਸ਼ੁਅਲ ਪਾਰਟਸ ਦੇ ਥਰੂ। ਇਸੇ ਤਰ੍ਹਾਂ ਜਿਹੜਾ ਹਰਪਸ ਹੈ ਉਹ ਇੱਕ ਵਾਇਰਲ ਰੋਗ ਹੈ, ਯਾਨੀ ਕਿ ਵਾਇਰਸ ਤੋਂ ਹੁੰਦਾ ਹੈ। ਵਾਇਰਸ ਨੂੰ ਪੰਜਾਬੀ ਵਿੱਚ ਵਿਸ਼ਾਣੂ ਕਿਹਾ ਜਾਂਦਾ ਹੈ। ਹਰਪਸ ਦੋ ਤਰ੍ਹਾਂ ਦਾ ਹੁੰਦਾ ਹੈ, ਹਰਪਸ ਸਿੰਪਲੈਕਸ ਅਤੇ ਹਰਪਸ ਜੋਸਟਰ। ਹਰਪਸ ਜੋਸਟਰ ਜਿਹੜਾ ਹੈਗਾ ਉਹ ਜ਼ਿਆਦਾ ਸਕਿਨ ਦੇ ਉੱਪਰ ਅਟੈਕ ਕਰਦਾ, ਜ਼ਿਆਦਾ ਫੈਲਦਾ ਹੈ ਜੇ ਆਪਾਂ ਤੁਲਨਾ ਕਰੀਏ ਹਰਪਸ ਸਿੰਪਲੈਕਸ ਦੇ ਨਾਲ। ਤਾਂ ਇਸੇ ਤਰ੍ਹਾਂ ਅਗਲਾ ਆਉਂਦਾ ਹਿਊਮਨ ਪੈਪੀਲੋਮਾ ਵਾਇਰਸ। ਇਹ ਫੀਮੇਲ ਦੇ ਵਿੱਚ ਯੂਟਰਸ ਦਾ ਕੈਂਸਰ ਕਰਦਾ ਹੈ, ਯਾਨੀ ਕਿ ਜੋ ਕੁੱਖ ਹੁੰਦੀ ਹੈ, ਵੋਂਬ ਕਹਿੰਦੇ ਹਾਂ ਜਿਸ ਨੂੰ ਆਪਾਂ ਯੂਟਰਸ ਬੱਚੇਦਾਨੀ ਵੀ ਕਹਿੰਦੇ ਹਾਂ, ਉਸ ਦਾ ਕੈਂਸਰ ਕਰਦਾ ਹੈ। HIV ਦੀ ਗੱਲ ਕਰੀਏ ਤਾਂ ਇਸ ਦੇ ਵੀ ਕੁਐਸਚਨ ਬਹੁਤ ਪੁੱਛੇ ਜਾਂਦੇ ਹਨ ਐਗਜ਼ਾਮ ਦੇ ਵਿੱਚ। HIV ਦਾ ਮਤਲਬ ਹੁੰਦਾ ਹੈ ਹਿਊਮਨ ਇਮਿਊਨੋ ਵਾਇਰਸ, ਠੀਕ ਹੈ ਜੀ। ਅਤੇ ਇਸ ਦਾ ਪਹਿਲਾ ਨਾਮ ਸੀ HTLV, ਇਸ ਦੇ ਨਾਮ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਹੈ। HIV ਵਾਇਰਸ ਜਿਹੜਾ ਹੈਗਾ ਇਹ ਵੀ STD ਹੈ, ਯਾਨੀ ਕਿ ਸੈਕਸ਼ੁਅਲ ਟਰਾਂਸਮਿਟਡ ਬਿਮਾਰੀ ਹੈ। ਅਤੇ HIV ਦਾ ਜਿਹੜਾ ਟਰੀਟਮੈਂਟ ਹੈ ਉਸ ਨੂੰ ਐਂਟੀ ਰੀਟਰੋਵਾਇਰਲ ਟਰੀਟਮੈਂਟ ਕਿਹਾ ਜਾਂਦਾ ਹੈ। ਸੋ HIV ਦੀ ਜਿਹੜੀ ਇਨਫੈਕਸ਼ਨ ਹੈ ਜਦੋਂ ਕਿਸੇ ਨੂੰ ਹੁੰਦੀ ਹੈ ਤਾਂ ਇਹ ਬਹੁਤ ਦੇਰ ਬਾਅਦ ਇਸ ਦੇ ਸਿੰਪਟਮ ਹੁੰਦੇ ਹਨ, ਇਸ ਕਰਕੇ ਇਸ ਨੂੰ ਲੇਟੈਂਟ ਵਾਇਰਸ ਵੀ ਕਿਹਾ ਜਾਂਦਾ ਹੈ। ਯਾਨੀ ਕਿ ਇੱਕ ਵਾਰ ਕਿਸੇ ਦੇ ਅੰਦਰ ਐਂਟਰ ਹੋਣ ਤੋਂ ਬਾਅਦ 10 ਸਾਲ ਤੱਕ ਵੀ ਇਹ ਵਾਇਰਸ ਉਸ ਦੇ ਅੰਦਰ, ਪੇਸ਼ੈਂਟ ਦੇ ਅੰਦਰ ਇੱਦਾਂ ਹੀ ਰਹਿ ਸਕਦਾ ਹੈ ਬਿਨਾਂ ਕੋਈ ਸਿੰਪਟਮ ਕੌਜ਼ ਕੀਤੇ, ਅਤੇ ਇਸ ਕਰਕੇ ਇਸ ਨੂੰ ਆਪਾਂ ਲੁਪਤ ਅਵਸਥਾ ਯਾਨੀ ਕਿ ਲੇਟੈਂਟ ਵਾਇਰਸ ਵੀ ਬੋਲ ਸਕਦੇ ਹਾਂ। ਸੋ ਅੱਗੇ ਆਪਾਂ ਗੱਲ ਕਰੀਏ ਅਗਲੇ ਕੁਐਸਚਨ ਦੀ। ਵਾਟ ਇਜ਼ ਦਾ ਮੋਸਟ ਕਾਮਨ ਬੈਕਟੀਰੀਅਲ STD ਇਨ ਦਾ ਯੂਨਾਈਟਿਡ ਸਟੇਟਸ। ਯਾਨੀ ਕਿ ਸੰਯੁਕਤ ਰਾਜ ਦੇ ਵਿੱਚ STD ਜਿਹੜੀ ਸਭ ਤੋਂ ਵੱਧ ਕਾਮਨ ਹੈ, ਬੈਕਟੀਰੀਆ ਦੁਆਰਾ ਹੁੰਦੀ ਹੈ, ਉਹ ਕਿਹੜੀ ਹੈ? ਆਨਸਰ ਆਏਗਾ ਆਪਸ਼ਨ ਬੀ, ਕਲਾਈਮੈਡੀਆ। ਤੁਹਾਡੇ ਕੋਲ ਬਾਕੀ ਆਪਸ਼ਨ ਨੇ ਸਿਫਿਲਿਸ, ਟ੍ਰਾਈਕੋਮੋਨੀਆਸਿਸ ਅਤੇ ਹੈਪਾਟਾਈਟਸ B। ਹੈਪਾਟਾਈਟਸ ਇੱਕ ਵਾਇਰਲ ਰੋਗ ਹੈ, ਟ੍ਰਾਈਕੋਮੋਨੀਆਸਿਸ ਇਹ ਪ੍ਰੋਟੋਜੋਆ ਤੋਂ ਹੋਣ ਵਾਲੀ STD ਹੈ, ਯਾਨੀ ਕਿ ਸੈਕਸ਼ੁਅਲ ਟਰਾਂਸਮਿਟਡ ਡਿਜ਼ੀਜ਼ ਹੈ। ਸਿਫਿਲਿਸ ਜੋ ਹੈ ਉਹ ਵੀ ਬੈਕਟੀਰੀਆ ਤੋਂ ਹੁੰਦੀ ਹੈ, ਉਸ ਦਾ ਨਾਮ ਹੈ ਟ੍ਰੀਪੋਨੀਮਾ ਪੈਲੀਡੀਅਮ। ਟ੍ਰੀਪੋਨੀਮਾ ਪੈਲੀਡੀਅਮ ਨਾਮ ਦੇ ਬੈਕਟੀਰੀਆ ਤੋਂ ਸਿਫਿਲਿਸ ਨਾਮ ਦਾ ਰੋਗ ਫੈਲਦਾ ਹੁੰਦਾ ਹੈ। ਅਤੇ ਕਲਾਈਮੈਡੀਆ ਜੋ ਬਿਮਾਰੀ ਹੈ ਉਹ ਸਭ ਤੋਂ ਕਾਮਨ ਪਾਈ ਜਾਣ ਵਾਲੀ ਸੈਕਸ਼ੁਅਲ ਟਰਾਂਸਮਿਟਡ ਡਿਜ਼ੀਜ਼ ਹੈ ਯੂਨਾਈਟਿਡ ਸਟੇਟਸ ਦੇ ਵਿੱਚ। ਹੁਣ ਆਪਾਂ ਚੱਲਦੇ ਹਾਂ ਤੀਜੇ ਕੁਐਸਚਨ 'ਤੇ। ਵਿਚ STD ਇਜ਼ ਕੌਜ਼ਡ ਬਾਏ ਪੈਰਾਸਾਈਟ। ਹੇਠ ਲਿਖਿਆਂ ਵਿੱਚੋਂ ਕਿਹੜੀ ਸੈਕਸ਼ੁਅਲ ਟਰਾਂਸਮਿਟਡ ਡਿਜ਼ੀਜ਼ ਪੈਰਾਸਾਈਟ ਦੁਆਰਾ ਕੌਜ਼ ਕੀਤੀ ਜਾਂਦੀ ਹੈ? ਤੀਸਰਾ ਕੁਐਸਚਨ ਹੈ, ਵਿਚ STD ਇਜ਼ ਕੌਜ਼ਡ ਬਾਏ ਪੈਰਾਸਾਈਟ। ਹੇਠ ਲਿਖਿਆਂ ਵਿੱਚੋਂ ਕਿਹੜੀ STD ਯਾਨੀ ਕਿ ਸੈਕਸ਼ੁਅਲ ਟਰਾਂਸਮਿਟਡ ਡਿਜ਼ੀਜ਼ ਪੈਰਾਸਾਈਟ ਦੁਆਰਾ ਕੌਜ਼ ਕੀਤੀ ਜਾਂਦੀ ਹੈ? ਪੈਰਾਸਾਈਟ ਤੋਂ ਭਾਵ ਹੈ ਜਿਵੇਂ ਮੋਸਕੀਟੋ ਵਗੈਰਾ ਹੁੰਦੇ ਨੇ, ਉਸ ਨੂੰ ਆਪਾਂ ਪੈਰਾਸਾਈਟ ਕਹਿੰਦੇ ਹਾਂ, ਜੋ ਕਿਸੇ ਹੋਰ ਲਿਵਿੰਗ ਦੇ ਉੱਪਰ ਆਪਣਾ ਭੋਜਨ ਲੈਂਦੇ ਨੇ ਅਤੇ ਆਪਣਾ ਰਹਿਣ ਦਾ ਸਥਾਨ ਲੈਂਦੇ ਨੇ, ਉਹਨਾਂ ਨੂੰ ਪੈਰਾਸਾਈਟ ਕਿਹਾ ਜਾਂਦਾ ਹੈ। ਸੋ ਇਸ ਦਾ ਆਪਸ਼ਨ ਤੁਹਾਡੇ ਕੋਲ ਨੇ ਸਿਫਿਲਿਸ, ਕਲਾਈਮੈਡੀਆ, ਟ੍ਰਾਈਕੋਮੋਨੀਆਸਿਸ ਅਤੇ ਹਿਊਮਨ ਪੈਪੀਲੋਮਾ ਵਾਇਰਸ। ਦਾ ਆਨਸਰ ਆਏਗਾ ਆਪਸ਼ਨ ਸੀ, ਟ੍ਰਾਈਕੋਮੋਨੀਆਸਿਸ। ਜੋ ਟ੍ਰਾਈਕੋਮੋਨੀਆਸਿਸ ਹੈ ਇੱਕ ਪ੍ਰੋਟੋਜੋਆ ਤੋਂ ਹੋਣ ਵਾਲਾ ਰੋਗ ਹੈ ਅਤੇ ਉਸ ਜੀਵ ਦਾ ਨਾਮ ਹੈ ਟ੍ਰਾਈਕੋਮੋਨਾਸ ਵੈਜੀਨੈਲਿਸ। ਵੈਜੀਨੈਲਿਸ ਇਸ ਦੇ ਨਾਮ ਨਾਲ ਇਸ ਲਈ ਪਿਆ ਕਿਉਂਕਿ ਇਹ ਵੈਜਾਈਨਲ ਜੋ ਪਾਰਟ ਹੈ ਉਸ ਦੇ ਉੱਪਰ ਅਟੈਕ ਕਰਦਾ ਹੈ। ਕੁਐਸਚਨ ਨੰਬਰ 4, ਵਾਟ ਇਜ਼ ਦਾ ਪ੍ਰਾਇਮਰੀ ਮੋਡ ਆਫ ਟਰਾਂਸਮਿਸ਼ਨ ਫॉर HIV। HIV ਦਾ ਮੁੱਖ ਕਿਹੜਾ ਮੋਡ ਹੈ ਜਿਸ ਦੇ ਨਾਲ ਇਹ ਫੈਲਦਾ ਹੈ? ਤਾਂ ਆਨਸਰ ਆਏਗਾ ਆਪਸ਼ਨ ਬੀ, ਬਲੱਡ ਐਂਡ ਬੋਡੀ ਫਲੂਇਡ।
ਜਦੋਂ ਹੀ ਕਿਸੇ HIV ਤੋਂ ਸੰਕਰਮਿਤ ਵਿਅਕਤੀ ਦੇ ਬਲੱਡ ਜਾਂ ਕਿਸੇ ਹੋਰ ਬੋਡੀ ਫਲੂਇਡ ਦੇ ਨਾਲ ਆਪਣਾ ਸੰਪਰਕ ਹੁੰਦਾ ਹੈ ਤਾਂ HIV ਫੈਲਦਾ ਹੈ। ਸੋ ਕੁਛ ਮਿਥਸ ਹੁੰਦੀਆਂ ਨੇ ਕਿ ਹੱਥ ਮਿਲਾਉਣ ਨਾਲ ਵੀ ਫੈਲਦਾ, ਤਾਂ ਅਜਿਹਾ ਨਹੀਂ ਹੁੰਦਾ। HIV ਪੇਸ਼ੈਂਟ ਨਾਲ ਹੱਥ ਮਿਲਾਉਣ ਨਾਲ ਜਾਂ ਉਹਦੇ ਨਾਲ ਖਾਣਾ ਖਾਣ ਨਾਲ ਕੋਈ ਵੀ HIV ਨਹੀਂ ਫੈਲਦਾ। ਸਿਰਫ ਇਸ ਤਰ੍ਹਾਂ ਦਾ ਅਗਰ ਕੰਟੈਕਟ ਹੁੰਦਾ, ਜੇ ਬੋਡੀ ਫਲੂਇਡ ਦਾ ਕੰਟੈਕਟ ਹੋਵੇ ਜਾਂ ਕਿਸੇ ਬਲੱਡ ਦਾ ਕੰਟੈਕਟ ਹੋਵੇ ਤਾਂ HIV ਫੈਲ ਸਕਦਾ ਹੈ। ਅਗਲਾ ਕੁਐਸਚਨ ਹੈ, ਵਿਚ STD ਕੈਨ ਲੀਡ ਟੂ ਜੈਨੀਟਲ ਵਾਰਟ ਐਂਡ ਇਨਕਰੀਜ਼ ਰਿਸਕ ਆਫ ਸਰਵੀਕਲ ਕੈਂਸਰ। ਸੋ ਪਹਿਲਾਂ ਆਪਾਂ ਸਰਵੀਕਲ ਦੀ ਗੱਲ ਕਰੀਏ ਤਾਂ ਸਰਵੀਕਲ ਕਿਹਨੂੰ ਕਿਹਾ ਜਾਂਦਾ ਹੈ? ਬੱਚੇਦਾਨੀ ਦਾ ਜੋ ਮੂੰਹ ਹੁੰਦਾ ਹੈ ਪਹਿਲਾ ਹਿੱਸਾ, ਉਸਨੂੰ ਸਰਵਿਕਸ ਕਹਿੰਦੇ ਨੇ ਅਤੇ ਉਸ ਦੇ ਕੈਂਸਰ ਨੂੰ ਆਪਾਂ ਸਰਵੀਕਲ ਕੈਂਸਰ ਕਹਿੰਦੇ ਹਾਂ। ਸੋ ਇਹ ਵੀ ਇੱਕ ਸੈਕਸ਼ੂਅਲ ਟਰਾਂਸਮਿਟਡ ਡਿਜ਼ੀਜ਼ ਹੈ ਜੋ ਜੈਨੀਟਲ ਵਾਰਟ, ਜਾਣੀ ਕਿ ਪੰਜਾਬੀ 'ਚ ਵਾਰਟ ਨੂੰ ਅਟਨ ਕਿਹਾ ਜਾਂਦਾ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਜੇ ਆਪਾਂ ਜ਼ਿਆਦਾ ਡਰਾਈਵਿੰਗ ਕਰਦੇ ਹਾਂ ਤਾਂ ਸਟੀਅਰਿੰਗ ਦੇ ਉੱਪਰ ਹੱਥ ਰੱਖਣ ਦੇ ਨਾਲ ਜਾਂ ਹੈਂਡਲ ਦੇ ਉੱਪਰ ਹੱਥ ਰੱਖਣ ਨਾਲ ਹੱਥ ਦੇ ਉੱਪਰ ਇੱਕ ਥੋੜ੍ਹੇ ਜਿਹੇ ਵਾਈਟ ਪਾਰਟਸ ਹਾਰਡ ਹੋ ਜਾਂਦੇ ਹਨ, ਉਹਨੂੰ ਅਟਨ ਕਹਿੰਦੇ ਹਾਂ, ਤਾਂ ਉਸਨੂੰ ਵਾਰਟ ਵੀ ਬੋਲਿਆ ਜਾਂਦਾ ਹੈ ਜਦੋਂ ਇਹ ਜੈਨੀਟਲ ਪਾਰਟਸ ਦੇ ਉੱਪਰ ਹੁੰਦੇ ਨੇ। ਸੋ ਇਸ ਦੇ ਵੀ ਤੁਹਾਡੇ ਕੋਲ ਆਪਸ਼ਨ ਨੇ ਸਿਫਿਲਿਸ, ਕਲਾਈਮੇਡੀਆ, ਗੋਨੋਰੀਆ ਜਾਂ ਫਿਰ ਹਿਊਮਨ ਪੈਪੀਲੋਮਾ ਵਾਇਰਸ। ਤਾਂ ਜਿਹੜੀ STD ਹਿਊਮਨ ਪੈਪੀਲੋਮਾ ਵਾਇਰਸ ਹੈ, ਇਹ ਜੋ ਹੈ ਇਹ ਰਿਸਕ ਨੂੰ ਵਧਾਉਂਦੀ ਹੈ ਸਰਵੀਕਲ ਕੈਂਸਰ ਦੇ। ਠੀਕ ਹੈ ਜੀ, HPV ਦੇ ਨਾਮ 'ਤੇ ਇਸ ਨੂੰ ਜਾਣਿਆ ਜਾਂਦਾ ਹੈ, ਹਿਊਮਨ ਪੈਪੀਲੋਮਾ ਵਾਇਰਸ, ਜੋ ਬੱਚਿਆਂ ਦੇ ਜਿਹੜੀ ਫੀਮੇਲ ਦੇ ਵਿੱਚ ਯੂਟਰਸ ਦਾ ਕੈਂਸਰ ਯਾਨੀ ਕਿ ਬੱਚੇਦਾਨੀ ਦਾ ਕੈਂਸਰ ਦਾ ਖਤਰਾ ਵਧਾਉਂਦਾ ਹੈ। ਹੁਣ ਚੱਲਦੇ ਹਾਂ ਕੁਐਸਚਨ ਨੰਬਰ 6 'ਤੇ। ਤਾਂ ਕੁਐਸਚਨ ਨੰਬਰ 6 ਤੁਹਾਡਾ ਹੈ, What is the first line treatment for bacterial STD such as chlamydia and gonorrhea? ਬੈਕਟੀਰੀਆ ਤੋਂ ਹੋਣ ਵਾਲੀਆਂ ਸੈਕਸ਼ੂਅਲ ਟਰਾਂਸਮਿਟਡ ਡਿਜ਼ੀਜ਼ਸ ਜਿਵੇਂ ਕਿ ਕਲਾਈਮੈਡੀਆ ਅਤੇ ਗੋਨੋਰੀਆ ਦੇ ਲਈ ਕਿਹੜਾ ਫਸਟ ਲਾਈਨ ਟ੍ਰੀਟਮੈਂਟ ਹੈ, ਪਹਿਲਾ ਮੁੱਢਲਾ ਇਲਾਜ ਹੈ? ਆਨਸਰ ਆਏਗਾ ਆਪਸ਼ਨ B, ਐਂਟੀਬਾਇਓਟਿਕਸ। ਬੈਕਟੀਰੀਆ ਵਾਸਤੇ ਆਪਾਂ ਐਂਟੀਬਾਇਓਟਿਕ ਯੂਜ਼ ਕਰਦੇ ਹਾਂ, ਠੀਕ ਹੈ ਜੀ, ਅਤੇ ਵਾਇਰਸ ਵਾਸਤੇ ਆਪਾਂ ਐਂਟੀਵਾਇਰਲ ਡਰੱਗ ਯੂਜ਼ ਕਰਦੇ ਹਾਂ। ਜੋ ਡਰੱਗ ਐਂਟੀਵਾਇਰਲ ਹੁੰਦੀ ਹੈ ਉਹ ਸਿਰਫ ਵਾਇਰਸ ਸਪੈਸੀਫਿਕ ਦੇ ਉੱਪਰ ਕੰਮ ਕਰਦੀ ਹੈ, ਅਤੇ ਜਿਹੜੇ ਐਂਟੀਬਾਇਓਟਿਕ ਹੁੰਦੇ ਨੇ ਉਹ ਵਾਇਰਸ ਦੇ ਪ੍ਰਤੀ ਅਸਰਦਾਰ ਨਹੀਂ ਹੁੰਦੇ। ਐਂਟੀਬਾਇਓਟਿਕ ਦਾ ਵਾਇਰਲ ਡਿਜ਼ੀਜ਼ ਵਿੱਚ ਕੋਈ ਰੋਲ ਨਹੀਂ ਹੁੰਦਾ। ਇਸੇ ਤਰ੍ਹਾਂ ਫੰਗਸ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਲਈ ਆਪਾਂ ਐਂਟੀ ਫੰਗਲ ਮੈਡੀਕੇਸ਼ਨ ਯੂਜ਼ ਕਰਦੇ ਹਾਂ, ਅਤੇ ਪੇਨ ਰਿਲੀਵਰ ਜੋ ਆਪਾਂ ਨੂੰ ਦਰਦ ਤੋਂ ਰਾਹਤ ਦਿੰਦੇ ਹਨ, ਜਿਵੇਂ ਇਸ ਨੂੰ ਆਪਾਂ ਕਹਿੰਦੇ ਹਾਂ ਐਨਲਜੈਸਿਕਸ। ਠੀਕ ਹੈ ਜੀ, ਐਨਲਜੈਸਿਕ ਕਿਹਾ ਜਾਂਦਾ ਹੈ ਪੇਨ ਰਿਲੀਵਰ ਮੈਡੀਸਨ ਨੂੰ ਫਾਰਮਾਸਿਊਟੀਕਲ ਲੈਂਗੁਏਜ ਦੇ ਵਿੱਚ। ਹੁਣ ਚੱਲਦੇ ਹਾਂ ਅਗਲੇ ਕੁਐਸਚਨ 'ਤੇ। ਵਿਚ STD ਕੈਨ ਬੀ ਪ੍ਰੀਵੈਂਟਡ ਬਾਈ ਵੈਕਸੀਨੇਸ਼ਨ? ਕਿਸ ਸੈਕਸ਼ੂਅਲ ਟਰਾਂਸਮਿਟਡ ਡਿਜ਼ੀਜ਼ ਨੂੰ ਟੀਕਾਕਰਨ ਦੇ ਨਾਲ ਰੋਕਿਆ ਜਾ ਸਕਦਾ ਹੈ? ਤਾਂ ਇਸ ਦਾ ਉੱਤਰ ਆਏਗਾ ਆਪਸ਼ਨ D, ਹਿਊਮਨ ਪੈਪੀਲੋਮਾ ਵਾਇਰਸ। HPV ਦਾ ਵੈਕਸੀਨ ਅਵੇਲੇਬਲ ਹੈ ਅਤੇ ਇਸ ਬਿਮਾਰੀ ਨੂੰ ਵੈਕਸੀਨ ਦੇ ਨਾਲ ਰੋਕਿਆ ਜਾ ਸਕਦਾ ਹੈ, ਯਾਨੀ ਕਿ ਆਪਾਂ ਇਹਨੂੰ ਵੈਕਸੀਨ ਪ੍ਰੀਵੈਂਟੇਬਲ ਡਿਜ਼ੀਜ਼ ਕਹਿ ਸਕਦੇ ਹਾਂ। ਹੁਣ ਚੱਲਦੇ ਹਾਂ 8 ਨੰਬਰ ਕੁਐਸਚਨ 'ਤੇ। ਵਿਚ STD ਇਜ਼ ਨੋਨ ਐਜ਼ ਸਾਈਲੈਂਟ ਇਨਫੈਕਸ਼ਨ ਬਿਕੋਜ਼ ਇਟ ਆਫਨ ਪ੍ਰੈਜ਼ੈਂਟਸ ਵਿਦ ਨੋ ਸਿੰਪਟਮ? ਮਤਲਬ ਕਿਹੜੀ ਇਸ ਤਰ੍ਹਾਂ ਦੀ ਸੈਕਸ਼ੂਅਲ ਟਰਾਂਸਮਿਟਡ ਡਿਜ਼ੀਜ਼ ਹੈ ਜਿਸ ਨੂੰ ਸਾਈਲੈਂਟ ਇਨਫੈਕਸ਼ਨ ਕਿਹਾ ਜਾਂਦਾ ਹੈ, ਕਿਉਂਕਿ ਇਸ ਦੇ ਜਿਹੜੇ ਸਿੰਪਟਮ ਨੇ ਯਾਨੀ ਕਿ ਲੱਛਣ ਨੇ ਉਹ ਨਹੀਂ ਆਉਂਦੇ? ਤਾਂ ਆਨਸਰ ਆਏਗਾ ਆਪਸ਼ਨ B, ਕਲਾਈਮੈਡੀਆ। ਕਲਾਈਮੈਡੀਆ ਨੂੰ ਆਪਾਂ ਸਾਈਲੈਂਟ ਇਨਫੈਕਸ਼ਨ ਕਹਿੰਦੇ ਹਾਂ। ਇਹ ਇੱਕ ਸੈਕਸ਼ੂਅਲ ਟਰਾਂਸਮਿਟਡ ਬਿਮਾਰੀ ਹੈ ਅਤੇ ਇਸ ਦੇ ਵਿੱਚ ਪੀੜਤ ਰੋਗੀ ਨੂੰ ਕੋਈ ਵੀ ਲੱਛਣ ਨਹੀਂ ਆਉਂਦੇ, ਪਰ ਉਸਦੇ ਅੰਦਰ ਇਹ ਬਿਮਾਰੀ ਵੱਧ ਰਹੀ ਹੁੰਦੀ ਹੈ। ਸੋ ਟਾਈਮਲੀ ਅਰਲੀ ਡਾਇਗਨੋਸਿਸ ਅਤੇ ਟ੍ਰੀਟਮੈਂਟ ਬਹੁਤ ਜ਼ਰੂਰੀ ਹੁੰਦਾ ਹੈ ਸੈਕਸ਼ੂਅਲ ਟਰਾਂਸਮਿਟਡ ਬਿਮਾਰੀਆਂ ਦਾ। ਅਗਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ STD ਕੈਨ ਬੀ ਟਰਾਂਸਮਿਟਡ ਥਰੂ ਸਕਿਨ ਟੂ ਸਕਿਨ ਕੰਟੈਕਟ? ਆਨਸਰ ਆਏਗਾ ਹਰਪਸ, ਜਿਸ ਨੂੰ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ। ਹਰਪਸ ਦੋ ਤਰ੍ਹਾਂ ਦਾ ਹੁੰਦਾ ਹੈ, ਸਿੰਪਲੈਕਸ ਅਤੇ ਜੋਸਟਰ। ਤਾਂ ਇਹ ਸਕਿਨ ਨੂੰ ਸਕਿਨ ਨਾਲ ਕੰਟੈਕਟ ਹੋਣ 'ਤੇ ਇੱਕ ਦੂਸਰੇ ਨੂੰ ਫੈਲ ਸਕਦਾ ਹੈ, ਸੋ ਇੱਕ ਕਮਿਊਨੀਕੇਬਲ ਡਿਜ਼ੀਜ਼ ਆਪਾਂ ਕਹਿ ਸਕਦੇ ਹਾਂ। ਅਗਲਾ ਕੁਐਸਚਨ ਹੈ, ਵਾਟ ਇਜ਼ ਦਾ ਮੋਸਟ ਕਾਮਨ ਸਿੰਪਟਮ ਆਫ ਸਿਫਿਲਿਸ ਇਨ ਇਟਸ ਪ੍ਰਾਇਮਰੀ ਸਟੇਜ? ਜਦੋਂ ਕਿਸੇ ਰੋਗੀ ਨੂੰ ਸਿਫਿਲਿਸ ਬਿਮਾਰੀ ਦੀ ਪ੍ਰਾਇਮਰੀ ਸਟੇਜ ਜਿਹੜੀ ਕਿ ਮੁੱਢਲੀ ਸਟੇਜ ਹੁੰਦੀ ਹੈ ਤਾਂ ਉਸ ਦਾ ਪ੍ਰਾਇਮਰੀ ਲੱਛਣ ਕੀ ਆਉਂਦਾ ਹੈ? ਆਨਸਰ ਆਏਗਾ ਆਪਸ਼ਨ C, ਕੈਂਕਰੇ ਸੋਰ। ਮਤਲਬ ਛਾਲੇ ਹੁੰਦੇ ਨੇ ਜਿਹਨੂੰ ਆਪਾਂ ਪਿਲਕਰੇ ਵੀ ਕਹਿ ਦਿੰਦੇ ਹਾਂ, ਤਾਂ ਇਸ ਤਰ੍ਹਾਂ ਦੇ ਜੈਂਟਲ ਪਾਰਟਸ ਦੇ ਉੱਪਰ ਇਹ ਹੁੰਦੇ ਨੇ। ਤਾਂ ਚੱਲਦੇ ਆਪਾਂ ਅਗਲੇ ਕੁਐਸਚਨ 'ਤੇ। ਕੁਐਸਚਨ ਨੰਬਰ 11, ਵਿਚ STD ਇਜ਼ ਐਸੋਸੀਏਟਡ ਵਿਦ ਫਿਸ਼ੀ ਆਰਡਰ ਐਂਡ ਕਾਜ਼ਡ ਬਾਈ ਓਵਰ ਗਰੋਥ ਆਫ ਸਰਟਨ ਬੈਕਟੀਰੀਆ ਇਨ ਵੇਜਾਈਨਾ? ਮਤਲਬ ਕਿਹੜੀ ਇਸ ਤਰ੍ਹਾਂ ਦੀ ਸੈਕਸ਼ੂਅਲ ਟਰਾਂਸਮਿਟਡ ਡਿਜ਼ੀਜ਼ ਹੈ ਜਿਸ ਦੇ ਵਿੱਚੋਂ ਫਿਸ਼ ਦੀ ਤਰ੍ਹਾਂ ਮਤਲਬ ਸਮੈਲ ਆਉਂਦੀ ਹੈ ਅਤੇ ਇਹ ਬਿਮਾਰੀ ਕੁਛ ਬੈਕਟੀਰੀਆ ਦੇ ਜ਼ਿਆਦਾ ਗਰੋ ਕਰਨ ਨਾਲ ਹੁੰਦੀ ਹੈ ਵੇਜਾਈਨਾ ਦੇ ਵਿੱਚ? ਤਾਂ ਇਸ ਦਾ ਆਨਸਰ ਆਏਗਾ ਆਪਸ਼ਨ C, ਟ੍ਰਾਈਕੋਮੋਨੀਆਸਿਸ। ਜੋ ਮੈਂ ਤੁਹਾਨੂੰ ਦੱਸਿਆ ਸੀ ਹੁਣੇ, ਇਹ ਹੁੰਦੀ ਹੈ ਟ੍ਰਾਈਕੋਮੋਨਾਸ ਵੈਜੀਨੈਲਿਸ ਨਾਮ ਦੇ ਬੈਕਟੀਰੀਆ ਤੋਂ।
क्वेश्चन सॉरी प्रोटोजोआ तो। क्वेश्चन नंबर 12, विच एसटीडी कैन बी ट्रांसमिटेड थ्रू कॉन्टैक्ट विद कंटैमीनेटेड ब्लड और नीडल इन एडिशन टू सैक्शुअल कॉन्टैक्ट। किहड़ी इस तरह की सैक्शुअल ट्रांसमिटेड बीमारी है जो ब्लड टू ब्लड कॉन्टैक्ट तो बिना किसी इनफैक्टेड यानी कि कंटैमीनेटेड ब्लड जां नीडल के नाल भी फैल सकती है। तो इसका आंसर आएगा HIV ह्यूमन इम्यूनो वायरस। जो HIV वायरस है इस दे नाल जो बीमारी होंदी है उसनूं कहा जाता है एड्स एक्वायर्ड इम्यूनो डेफिशिएंसी सिंड्रोम इसलिए कहा जाता है क्योंकि ये बहुत मल्टीपल सिम्पटम होंदे हैं। बेसिकली ਜਿਹੜੇ पेशेंट ਨੂੰ एड्स होंदी है तो एड्स अपने आप में कोई बीमारी नहीं है, एड्स ਦੇ ਨਾਲ सिर्फ इम्यूनिटी डाउन होंदी है, यानी कि ਜਿਹੜਾ रोगी व्यक्ति एड्स तो पीड़ित होंदा है उसनूं आपां इम्यूनो कंप्रोमाइज्ड पेशेंट कह सकते हाँ। ਉਹਦੀ इम्यूनिटी वीक होने करके वो एक अपरचुनिस्टिक पेशेंट बन जाता है तो ਉਹਦੇ ਉੱਪਰ अपरचुनिस्टिक पैथोजन अटैक करते हैं तो ਉਹਨੂੰ होर भी बहुत तरह की इन्फैक्शन होने के चांसिस ਵੱਧ ਜਾਂਦੇ ਹਨ। सो इस करके उसकी ਜਿਹੜੀ जीवित रहने की ਜਿਹੜੀ लाइफ स्पैन जो है वो घट जाता है। नैक्सट क्वेश्चन है अपना, विच वायरल STD कैन लीड टू लिवर सिरोसिस एंड लिवर कैंसर इफ लैफ्ट अनट्रीटेड। हेठ लिखा विचों किहड़ी सैक्शुअल ट्रांसमिटेड डिजीज़ लीवर सिरोसिस कर सकती है या फिर लीवर का कैंसर कर सकती है जे उसनूं ठीक ना किया जाए। तो यह बीमारी है ऑप्शन ए हैपाटाइटिस B। हैपा तो भाव होंदा लीवर, आइटस तो भाव होंदा इन्फ्लामेशन। सो हैपाटाइटिस की हो गया लीवर की इन्फ्लामेशन यानी कि लीवर की सोज, तो बी इसकी टाइप है हैपाटाइटिस B। इस तरह हैपाटाइटिस C भी पार्ट टाइप होंदी है, इसकी किस्म होंदी है, पर इसका आंसर है हैपाटाइटिस B। तो जे एक अजिही STD है जो लीवर सिरोसिस और लीवर कैंसर भी कर सकती है जे इसनूं सही समय पर ठीक ना किया जाए। नैक्सट क्वेश्चन, व्हाट इज़ द प्राइमरी मोड ऑफ ट्रांसमिशन फॉर पबिक लाइस। हुण पबिक की होंदा है, पबिक होंदा है वेजाइनल जो पार्ट होंदा है फीमेल दे विच, तो उसके उपर वाले पार्ट नूं जिथे हेयर वाले पार्ट होंदे ने, हेयर होंदे ने, तो उस पार्ट नूं पबिक कहा जाता है। तो पबिक लाइस मतलब एक तरह के क्रैब्स कहते हैं उन्होंने, जिवें आपां सिर दे विच जूआं कह दिंदे आ, तो इस तरह पबिक लाइस जिहड़ी हुंदी है तो वह प्राइमरी मोड ऑफ ट्रांसमिशन की है, ये क्वेश्चन पूछा गया है। आंसर आएगा इसका सैक्शुअल कॉन्टैक्ट, मतलब जी पबिक लाइस है वह भी सैक्शुअल कॉन्टैक्ट नाल फैलती है। 15 नंबर क्वेश्चन है, विच STD इज कॉज्ड बाय प्रोटेक्शन पैरासाइट प्रोटोजोआ पैरासाइट एंड कैन कॉज डिसकंफर्ट एंड ईचिंग इन द जेनिटल एरिया। किहड़ी STD है जो प्रोटोजोआ तो होंदी है अते यह डिसकंफर्ट यानी कि बेआराम कर सकती है अते ईचिंग यानी कि खारिश कॉज कर सकती है। सो 4 ऑप्शन के विचों तुहाडा इसका भी आंसर आएगा ट्राइकोमोनियासिस। सो ये सन 15 बहुत ही इंपॉर्टेंट क्वेश्चन तुहाडे MPHW अते ब्लॉक एक्सटेंशन एजुकेटर एग्जाम के लिए। उम्मीद करदा यह वीडियो तुहानूं पसंद आवेगा। इस तरह के बेहतरीन वीडियो देखने तुसीं पक्के तौर पर चैनल के नाल जुड़ सकते हो, चैनल को सबसक्राइब करके, तो दूजे नाल शेयर करना भी ना भूलो। थैंक यू, थैंक्स फॉर वॉचिंग।